ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅੱਜ ਦੀ ਕਹਾਣੀ ਬਹੁਤ ਹੀ ਪਿਆਰ ਭਰੀ ਤੇ ਸੱਚੀ ਕਹਾਣੀ ਹੈ। ਇੱਕ ਤਲਾਕਸ਼ੁਦਾ ਪਤੀ ਪਤਨੀ ਨੇ ਦੁਬਾਰਾ ਆਪਣੀ ਜ਼ਿੰਦਗੀ ਦੀ ਫਿਰ ਮੁੜ ਤੋਂ ਸ਼ੁਰੂਆਤ ਕਿਵੇਂ ਕੀਤੀ। ਆਓ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਹੈਰੀ ਟ੍ਰੇਨ ਦੇ ਜਨਰਲ ਡੱਬੇ ਵਿੱਚ ਵਿਚਕਾਰ ਵਾਲੀ ਸੀਟ ਤੇ ਸੁੱਤਾ ਹੋਇਆ ਸੀ। ਗੱਡੀ ਰੁਕ ਕੇ ਵਾਪਸ ਚੱਲੀ ਤਾਂ ਅਚਾਨਕ ਉਸ ਦੀ ਨਜ਼ਰ ਆਪਣੀ ਤਲਾਕਸ਼ੁਦਾ ਪਤਨੀ ਡੋਲੀ ਤੇ ਪਈ। ਪਤਾ ਨਹੀਂ ਕਦੋਂ ਉਹ ਉਸ ਦੇ ਸਾਹਮਣੇ ਵਾਲੀ ਸੀਟ ਤੇ ਆ ਕੇ ਬੈਠ ਗਈ ਸੀ। ਹੈਰੀ ਡੋਲੀ ਨੂੰ 7 ਸਾਲ ਬਾਅਦ ਦੇਖ ਰਿਹਾ ਸੀ। ਉਹ ਬਹੁਤ ਕਮਜ਼ੋਰ ਹੋ ਗਈ ਸੀ। ਉਸਨੇ ਪੁਰਾਣਾ ਜਿਹਾ ਸਸਤਾ ਜਿਹਾ ਸੂਟ ਪਾਇਆ ਹੋਇਆ ਸੀ। ਨਾ ਕੋਈ ਹਾਰ, ਨਾ ਕੋਈ ਸ਼ਿੰਗਾਰ, ਨਾ ਵਾਲ ਹੀ ਚੰਗੀ ਤਰ੍ਹਾਂ ਬਣਾਏ ਹੋਏ ਸਨ, ਤਾਂ ਕਿ ਉਸਨੇ ਹਜੇ ਤੱਕ ਦੂਜਾ ਵਿਆਹ ਨਹੀਂ ਕੀਤਾ। ਕਿ ਹਜੇ ਤੱਕ ਉਹ ਮੇਰੀ ਤਰ੍ਹਾਂ ਇਕੱਲੀ ਹੀ ਹੈ। ਹੈਰੀ ਅਜਿਹਾ ਸੋਚ ਰਿਹਾ ਸੀ ਕਿ ਉਦੋਂ ਹੀ ਡੋਲੀ ਦੀ ਨਜ਼ਰ ਉਸ ਤੇ ਪਈ। ਨਜ਼ਰਾਂ ਮਿਲੀਆਂ ਤਾਂ ਹੈਰੀ ਦੂਜੇ ਪਾਸੇ ਦੇਖਣ ਲੱਗਾ। ਫਿਰ ਪਤਾ ਨਹੀਂ ਹੈਰੀ ਦੇ ਦਿਮਾਗ ਵਿੱਚ ਕੀ ਆਇਆ ਕਿ ਉਹ ਸੀਟ ਤੋਂ ਥੱਲੇ ਉਤਰ ਆਇਆ ਤੇ ਡੋਲੀ ਦੇ ਕੋਲ ਬੈਠੇ ਮੁੰਡੇ ਨੂੰ ਕਿਹਾ ਕਿ ਉਹ ਉੱਪਰ ਵਾਲੀ ਸੀਟ ਤੇ ਚਲਾ ਜਾਵੇ। ਮੁੰਡੇ ਨੇ ਤਾਂ ਪਹਿਲਾਂ ਮਨਾ ਕਰ ਦਿੱਤਾ, ਪਰ ਬਾਅਦ ਵਿੱਚ ਉਹ ਮੰਨ ਗਿਆ ਤੇ ਉੱਪਰ ਚਲਾ ਗਿਆ। ਹੈਰੀ ਡੋਲੀ ਦੇ ਕੋਲ ਆ ਕੇ ਬੈਠ ਗਿਆ। ਬੈਠਦੇ ਹੀ ਹੈਰੀ ਕਹਿਣ ਲੱਗਾ, ਡੋਲੀ ਕਿਵੇਂ ਆ ਤੂੰ? ਡੋਲੀ ਨੇ ਨਜ਼ਰਾਂ ਨਾ ਮਿਲਾਉਂਦੇ ਹੋਏ ਖਿੜਕੀ ਵੱਲ ਦੇਖਦੇ ਹੋਏ ਕਿਹਾ, ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਹੈਰੀ ਨੇ ਕਿਹਾ, ਮੈਂ ਵੀ ਠੀਕ ਹਾਂ ਤੇ ਦਾਰਜਲਿੰਗ ਜਾ ਰਹਾ ਹਾਂ। ਤਿਉਹਾਰ ਹੋਣ ਕਾਰਨ ਰਿਜ਼ਰਵੇਸ਼ਨ ਸੀਟ ਨਹੀਂ ਮਿਲੀ, ਇਸ ਕਾਰਨ ਜਨਰਲ ਡੱਬੇ ਵਿੱਚ ਆਉਣਾ ਪਿਆ। ਤੂੰ ਕਿੱਥੇ ਜਾ ਰਹੀ ਹੈ? ਉਹ ਕਹਿੰਦੀ, ਮੈਂ ਵੀ ਦਾਰਜਲਿੰਗ ਹੀ ਜਾ ਰਹੀ ਹਾਂ। ਮੇਰੀ ਮੰਮੀ ਜੀ ਉੱਥੇ ਵੱਡੇ ਭਰਾ ਦੇ ਕੋਲ ਹੀ ਹਨ, ਬਿਮਾਰ ਹਨ, ਇਸ ਲਈ ਮਿਲਣ ਜਾ ਰਹੀ ਹਾਂ। ਇਸ ਤੋਂ ਬਾਅਦ ਕਾਫੀ ਦੇਰ ਦੋਨੋਂ ਚੁੱਪ ਰਹੇ। ਫਿਰ ਹੈਰੀ ਕਹਿਣ ਲੱਗਾ, ਇੱਕ ਗੱਲ ਪੁੱਛਾਂ? ਡੋਲੀ ਨੇ ਅੱਖਾਂ ਨਾਲ ਹੀ ਹਾਂ ਵਿੱਚ ਸਿਰ ਲਾਇਆ। ਹੈਰੀ ਹਿਚਕਿਚਾਉਂਦੇ ਹੋਏ ਪੁੱਛਣ ਲੱਗਾ, ਹਜੇ ਤੱਕ ਵਿਆਹ ਕਿਉਂ ਨਹੀਂ ਕਰਾਇਆ? ਉਹ ਕੁਛ ਨਹੀਂ ਬੋਲੀ। ਫਿਰ ਹੈਰੀ ਨੇ ਦੁਬਾਰਾ ਨਹੀਂ ਪੁੱਛਿਆ ਤਾਂ ਡੋਲੀ ਨੇ ਕੁਛ ਟਾਈਮ ਬਾਅਦ ਪੁੱਛਿਆ, ਤੁਸੀਂ ਕਰਵਾ ਲਿਆ ਵਿਆਹ? ਹੈਰੀ ਨੇ ਵੀ ਬਿਨਾਂ ਬੋਲੇ ਨਾਂ ਵਿੱਚ ਸਿਰ ਹਿਲਾ ਦਿੱਤਾ। ਫਿਰ ਕਾਫੀ ਦੇਰ ਤੱਕ ਦੋਨੋਂ ਚੁੱਪ ਰਹੇ, ਜਿਵੇਂ ਇੱਕ ਦੂਜੇ ਨੂੰ ਪਰਖ ਰਹੇ ਸੀ। ਡੱਬੇ ਵਿੱਚ ਕੁਲਫੀ ਵੇਚਣ ਵਾਲਾ ਆ ਗਿਆ ਸੀ। ਹੈਰੀ ਕਹਿਣ ਲੱਗਾ, ਖਾਏਂਗੀ? ਤਾਂ ਡੋਲੀ ਨੇ ਨਾਂ ਵਿੱਚ ਸਿਰ ਹਿਲਾਇਆ। ਹੈਰੀ ਨੇ ਮਿਹਨਤ ਕਰਦੇ ਹੋਏ ਪੁੱਛਿਆ, ਖਾ ਲੈ ਯਾਰ, ਤੇਰੇ ਨਾਲ ਮੈਂ ਵੀ ਖਾ ਲਵਾਂਗਾ। ਮੈਂ ਜਾਣਦਾ ਹਾਂ ਤੇਰੀ ਸਭ ਤੋਂ ਵੱਡੀ ਕਮਜ਼ੋਰੀ ਕੁਲਫੀ ਹੈ। ਉਹ ਥੋੜ੍ਹਾ ਜਿਹਾ ਮੁਸਕਰਾਈ। ਹੈਰੀ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਅੱਖਾਂ ਵਿੱਚੋਂ ਨਿਕਲਣ ਵਾਲੇ ਹੰਝੂਆਂ ਨੂੰ ਸਮੇਟਣ ਦਾ ਯਤਨ ਕਰ ਰਹੀ ਸੀ। ਹੈਰੀ 5 ਸਾਲ ਉਸ ਦੇ ਨਾਲ ਰਿਹਾ ਸੀ। ਜਦੋਂ ਉਹ ਆਪਣੇ ਹੰਝੂਆਂ ਨੂੰ ਸਮੇਟਣ ਦਾ ਯਤਨ ਕਰਦੀ ਸੀ, ਇਸੇ ਤਰ੍ਹਾਂ ਹੀ ਮੁਸਕਰਾਇਆ ਕਰਦੀ ਸੀ। ਹੈਰੀ ਦੂਜੇ ਪਾਸੇ ਦੇਖਣ ਲੱਗਾ ਤਾਂ ਡੋਲੀ ਚੋਰੀ ਚੋਰੀ ਆਪਣੇ ਹੰਝੂਆਂ ਨੂੰ ਪੂੰਝਣ ਲੱਗੀ। ਫਿਰ ਉਹ ਨਾਰਮਲ ਹੁੰਦਿਆਂ ਕਹਿਣ ਲੱਗੀ, ਇੱਕ ਸ਼ਰਤ ਤੇ ਖਾਊਂਗੀ। ਹੈਰੀ ਨੇ ਫਟਾਫਟ ਪੁੱਛਿਆ, ਕਿਹੜੀ ਸ਼ਰਤ? ਤਾਂ ਡੋਲੀ ਨੇ ਕਿਹਾ, ਪੈਸੇ ਮੈਂ ਦੇਵਾਂਗੀ। ਹੈਰੀ ਕੁਝ ਨਹੀਂ ਬੋਲਿਆ। ਫਿਰ ਡੋਲੀ ਨੇ 2 ਕੁਲਫੀਆਂ ਖਰੀਦ ਲਈਆਂ ਤੇ ਇੱਕ ਕੁਲਫੀ ਹੈਰੀ ਨੂੰ ਦਿੰਦੇ ਹੋਏ ਕਹਿਣ ਲੱਗੀ, ਹੁਣ ਮੈਂ ਵੀ ਕਮਾਉਣ ਲੱਗੀ ਹਾਂ। ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਹਾਂ। ਮਹੀਨੇ ਦੇ 12,000 ਮਿਲਦੇ ਹਨ। ਕੁਲਫੀ ਖਾਂਦੇ ਖਾਂਦੇ ਹੈਰੀ ਕਹਿਣ ਲੱਗਾ, ਤਲਾਕ ਦੇ ਸਮੇਂ ਕੋਰਟ ਦੇ ਕਹਿਣ ਤੇ ਮੈਂ ਤੈਨੂੰ 35 ਲੱਖ ਰੁਪਏ ਦੇ ਤਾਂ ਰਿਹਾ ਸੀ। ਜੇਕਰ ਲੈ ਲੈਂਦੀ ਤਾਂ ਆਪਣਾ ਸਕੂਲ ਖੋਲ੍ਹ ਲੈਂਦੀ, ਪਰ ਤੂੰ ਬਹੁਤ ਖੁਦਦਾਰ ਹੈ। ਇਸ ਜ਼ਮਾਨੇ ਵਿੱਚ ਪੈਸੇ ਤੋਂ ਬਿਨਾਂ ਕੁਝ ਨਹੀਂ ਹੁੰਦਾ। ਉਹ ਹੱਸ ਕੇ ਕਹਿਣ ਲੱਗੀ, ਜੇਕਰ ਲੈ ਲੈਂਦੀ ਤਾਂ ਆਪਣੇ ਜ਼ਮੀਰ ਨੂੰ ਕੀ ਜਵਾਬ ਦਿੰਦੀ? ਇਹ ਜ਼ਮੀਰ ਰੋਜ਼ ਕਹਿੰਦਾ ਕਿ ਜਿਸ ਨੂੰ ਛੱਡ ਕੇ ਆਈ ਹੈ ਉਸੇ ਦੇ ਸਹਾਰੇ ਹੀ ਪਲ ਰਹੀ ਹੈ। ਹੈਰੀ ਨੇ ਫਿਰ ਕਿਹਾ, ਤੂੰ ਬਹੁਤ ਚੰਗੀ ਹੈ, ਮਾਸੂਮ ਹੈ। ਇਹ ਅਹਿਸਾਸ ਮੈਨੂੰ ਤੇਰੇ ਤੋਂ ਤਲਾਕ ਲੈਣ ਤੋਂ ਬਾਅਦ ਮਹਿਸੂਸ ਹੋਇਆ ਸੀ। ਤੂੰ ਯਕੀਨ ਨਹੀਂ ਕਰੇਂਗੀ, ਮੈਂ ਬਹੁਤ ਬਦਲ ਗਿਆ ਹਾਂ। ਪੀਣੀ ਬਿਲਕੁਲ ਛੱਡ ਦਿੱਤੀ ਹੈ। ਗੁੱਸਾ ਬਿਲਕੁਲ ਨਹੀਂ ਕਰਦਾ। ਹੁਣ ਮੈਂ ਕਿਸੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਜੋ ਤੈਨੂੰ ਬਹੁਤ ਬੁਰਾ ਲੱਗਦਾ ਸੀ, ਉਹ ਸਾਰੀਆਂ ਬੁਰੀਆਂ ਆਦਤਾਂ ਮੈਂ ਛੱਡ ਦਿੱਤੀਆਂ ਹਨ। ਉਦਾਸ ਹੋ ਕੇ ਕਹਿਣ ਲੱਗੀ, ਹੁਣ ਕੀ ਫਾਇਦਾ? ਜਦੋਂ ਮੈਂ ਮਨਾ ਕਰਦੀ ਸੀ ਉਦੋਂ ਤਾਂ ਤੁਸੀਂ ਮੇਰੀ ਇੱਕ ਵੀ ਗੱਲ ਨਹੀਂ ਸੀ ਸੁਣਦੇ। ਤੁਹਾਡੇ ਕਾਰਨ ਮੈਂ ਹਮੇਸ਼ਾ ਟੈਨਸ਼ਨ ਵਿੱਚ ਰਹਿੰਦੀ ਸੀ। ਇਸੇ ਕਰਕੇ 2 ਵਾਰ ਮੇਰਾ ਗਰਭਪਾਤ ਵੀ ਹੋਇਆ ਸੀ, ਨਹੀਂ ਤਾਂ ਅੱਜ ਮੇਰੇ ਵੀ 2 ਬੱਚੇ ਹੁੰਦੇ।
ਇੱਕ 7 ਸਾਲ ਦਾ ਹੋ ਗਿਆ ਹੁੰਦਾ ਤੇ ਦੂਜਾ 5 ਸਾਲ ਦਾ ਹੁੰਦਾ। ਇਹਨਾਂ ਕਹਿੰਦੇ ਹੀ ਉਸਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ ਤੇ ਉੱਚੀ ਉੱਚੀ ਰੋਣ ਲੱਗ ਪਈ। ਉਸਦੇ ਅੰਦਰੋਂ ਅੱਜ ਸਾਲਾਂ ਭਰ ਦੇ ਲੱਗੇ ਜ਼ਖਮ ਤੇ ਉਸਦੀ ਪੀੜ, ਗਮ ਤੇ ਘੁਟਨ ਉਸਦੇ ਚਿਹਰੇ ਤੇ ਸਾਫ਼ ਝਲਕ ਰਹੀ ਸੀ। ਇਹ ਸਭ ਸੁਣਦਿਆਂ ਜਦੋਂ ਬੱਚਿਆਂ ਦੀ ਗੱਲ ਹੋਈ ਤਾਂ ਹੈਰੀ ਦੀਆਂ ਅੱਖਾਂ ਵਿਚਲੇ ਹੰਝੂ ਵੀ ਨਾ ਰੁਕ ਸਕੇ। ਪਰ ਉਹ ਮਰਦ ਸੀ ਤੇ ਹੰਝੂਆਂ ਨੂੰ ਪਲਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੀ ਗਿਆ ਤੇ ਕਹਿਣ ਲੱਗਾ, ਕਦੇ ਕਦੇ ਲੱਗਦਾ ਹੈ ਮੈਂ ਬਹੁਤ ਬੁਰਾ ਆਦਮੀ ਹਾਂ। ਮੈਂ ਕਦੇ ਵੀ ਰਿਸ਼ਤਿਆਂ ਦੀ ਕਦਰ ਹੀ ਨਹੀਂ ਕੀਤੀ। ਉਸੇ ਦੀ ਹੀ ਸਜ਼ਾ ਮਿਲ ਰਹੀ ਹੈ ਮੈਨੂੰ। ਬਿਲਕੁਲ ਇਕੱਲਾ ਹੋ ਗਿਆ ਹਾਂ ਮੈਂ। ਹੁਣ ਤਾਂ ਮੰਮੀ ਵੀ ਨਹੀਂ ਰਹੇ। ਮੰਮੀ ਦੇ ਨਾ ਹੋਣ ਤੇ ਡੋਲੀ ਨੂੰ ਬੜਾ ਦੁੱਖ ਹੋਇਆ। ਇੱਕਦਮ ਚੁੱਕ ਗਈ ਤੇ ਕਹਿਣ ਲੱਗੀ, ਮੰਮੀ ਨੂੰ ਤਾਂ ਮੈਂ ਚੰਗੀ ਭਲੀ ਛੱਡ ਕੇ ਆਈ ਸੀ, ਉਹਨਾਂ ਨੂੰ ਕੀ ਹੋ ਗਿਆ? ਇਸ ਵਾਰ ਹੈਰੀ ਭਾਵੁਕ ਹੁੰਦਿਆਂ ਆਪਣੇ ਹੰਝੂ ਨਹੀਂ ਰੋਕ ਸਕਿਆ ਸੀ ਤੇ ਕਹਿਣ ਲੱਗਾ, ਉਹ ਤੈਨੂੰ ਰੋਜ਼ ਯਾਦ ਕਰਦੇ ਸੀ ਤੇ ਕਹਿੰਦੇ ਸੀ ਕਿ ਡੋਲੀ ਨੂੰ ਵਾਪਸ ਘਰ ਲੈ ਆ। ਮੈਂ ਉਹਨਾਂ ਨੂੰ ਕਿਵੇਂ ਸਮਝਾਉਂਦਾ ਕਿ ਤਲਾਕ ਤੋਂ ਬਾਅਦ ਨੂੰਹਾਂ ਵਾਪਸ ਘਰ ਨਹੀਂ ਆਉਂਦੀਆਂ। ਦੋਨਾਂ ਦੇ ਵਿਚਕਾਰ ਇੱਕ ਵਾਰ ਫਿਰ ਚੁੱਪੀ ਛਾ ਗਈ। ਦਾਰਜਲਿੰਗ ਨੇੜੇ ਹੀ ਸੀ, ਸਟੇਸ਼ਨ ਆਉਣ ਵਾਲਾ ਸੀ। ਹੈਰੀ ਕਹਿਣ ਲੱਗਾ, ਵਾਪਸ ਕਦੋਂ ਜਾਵੇਂਗੀ ਡੋਲੀ? ਡੋਲੀ ਨੇ ਉੱਤਰ ਦਿੱਤਾ, ਅੱਜ ਰਾਤ ਇੱਥੇ ਹੀ ਰੁਕਾਂਗੀ। ਕੱਲ੍ਹ ਦੀ ਸਵੇਰ ਦੀ ਟ੍ਰੇਨ ਤੋਂ ਵਾਪਸ ਚਲੀ ਜਾਵਾਂਗੀ। ਫਿਰ ਉਹ ਖੜੀ ਹੋ ਗਈ ਤੇ ਹੈਰੀ ਵੀ ਨਾਲ ਹੀ ਖੜਾ ਹੋ ਗਿਆ ਤੇ ਪੁੱਛਣ ਲੱਗਾ, ਕਿੰਨੇ ਵਜੇ ਵਾਲੀ ਟ੍ਰੇਨ ਤੋਂ ਵਾਪਸ ਜਾਏਂਗੀ? ਡੋਲੀ ਕਹਿਣ ਲੱਗੀ, ਅਸੀਂ ਗਰੀਬ ਹਾਂ, ਰਿਜ਼ਰਵੇਸ਼ਨ ਨਹੀਂ ਕਰਾ ਸਕਦੇ ਤੇ ਜਨਰਲ ਡੱਬੇ ਵਿੱਚ ਹੀ ਸਫ਼ਰ ਕਰਦੇ ਹਾਂ। ਇਸ ਲਈ ਜੋ ਵੀ ਟ੍ਰੇਨ ਮਿਲਦੀ ਹੈ ਉਸ 'ਤੇ ਚੜ੍ਹ ਜਾਂਦੇ ਹਾਂ। ਇੰਨਾ ਕਹਿ ਕੇ ਉਹ ਹੇਠਾਂ ਉਤਰ ਗਈ। ਹੈਰੀ ਵੀ ਆਪਣਾ ਸਮਾਨ ਸੰਭਾਲਦਿਆਂ ਹੋਇਆ ਉਸ ਦੇ ਪਿੱਛੇ ਹੀ ਉਤਰ ਗਿਆ ਤੇ ਕਹਿੰਦਾ ਕਿ ਜੇਕਰ ਮੈਂ ਰਿਜ਼ਰਵੇਸ਼ਨ ਕਰਾ ਕੇ 2 ਟਿਕਟਾਂ ਲੈ ਲਵਾਂ ਤਾਂ, ਪਰ ਮੈਨੂੰ ਪਤਾ ਹੈ ਕਿ ਤੂੰ ਮੇਰੇ ਨਾਲ ਨਹੀਂ ਜਾਵੇਂਗੀ। ਪਰ ਮੈਂ ਤੇਰੇ ਨਾਲ ਸਫ਼ਰ ਕਰਨਾ ਚਾਹੁੰਦਾ ਹਾਂ। ਜਨਰਲ ਵਿੱਚ ਹੀ ਚਲਾ ਜਾਵਾਂਗਾ। ਦੱਸ ਕਿੰਨੇ ਵਜੇ ਇੱਥੇ ਮਿਲੇਂਗੀ? ਡੋਲੀ ਆਟੋ ਵਿੱਚ ਬੈਠਦੇ ਹੋਏ ਕਹਿਣ ਲੱਗੀ, 10 ਵਜੇ ਇੱਥੇ ਹੀ ਹੋਵਾਂਗੀ। ਹੈਰੀ ਦੇ ਦੇਖਦੇ ਹੀ ਦੇਖਦੇ ਆਟੋ ਉਸ ਨੂੰ ਲੈ ਕੇ ਅੱਖਾਂ ਤੋਂ ਦੂਰ ਹੋ ਗਿਆ। ਹੈਰੀ ਦਾਰਜਲਿੰਗ 2 ਦਿਨ ਦੇ ਲਈ ਆਇਆ ਸੀ, ਪਰ ਡੋਲੀ ਦੇ ਸਾਥ ਦੀ ਚਾਹਤ ਲਈ ਉਸਨੇ ਆਪਣਾ ਪਲਾਨ ਬਦਲ ਦਿੱਤਾ। ਉਸਨੇ ਛੇਤੀ ਆਪਣਾ ਬਿਜ਼ਨਸ ਦਾ ਕੰਮ ਪੂਰਾ ਕੀਤਾ। ਅਗਲੇ ਦਿਨ ਸਵੇਰੇ 1 ਘੰਟਾ ਪਹਿਲਾਂ ਹੀ 9 ਵਜੇ ਹੀ ਸਟੇਸ਼ਨ 'ਤੇ ਆ ਗਿਆ। ਬਹੁਤ ਬੇਚੈਨ ਹੋ ਰਿਹਾ ਸੀ। ਉਹ ਡੋਲੀ ਨੂੰ ਮਿਲਣ ਲਈ ਬਹੁਤ ਬੇਕਰਾਰ ਹੋ ਰਿਹਾ ਸੀ। ਪਰ ਜਦੋਂ 10 ਵੱਜ ਗਏ ਡੋਲੀ ਨਾ ਆਈ ਤਾਂ ਹੈਰੀ ਉਦਾਸ ਹੋ ਗਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਡੋਲੀ ਕਿਉਂ ਨਹੀਂ ਆਈ। ਮਨ ਹੀ ਮਨ ਵਿੱਚ ਬਹੁਤ ਸਾਰੇ ਸਵਾਲ ਚੱਲਣੇ ਸ਼ੁਰੂ ਹੋ ਗਏ। ਉਦਾਸ ਹੋ ਗਿਆ। ਟ੍ਰੇਨ ਵੀ ਆਪਣੇ ਟਾਈਮ ਦੇ ਨਾਲ ਚਲੀ ਗਈ। ਹੈਰੀ ਉਸੇ ਹੀ ਪਲੇਟਫਾਰਮ 'ਤੇ ਬੈਠਾ ਆਪਣੇ ਹੀ ਖਿਆਲਾਂ ਵਿੱਚ ਖੋ ਗਿਆ ਤੇ ਸੋਚਣ ਲੱਗ ਗਿਆ, ਸ਼ਾਇਦ ਡੋਲੀ ਜਾਣਬੁੱਝ ਕੇ ਨਹੀਂ ਆਈ ਹੋਵੇਗੀ, ਕਿਉਂਕਿ ਉਸਨੇ ਉਸਦੀ ਜ਼ਿੰਦਗੀ ਖਰਾਬ ਕਰ ਦਿੱਤੀ ਸੀ। ਥੋੜ੍ਹੇ ਟਾਈਮ ਬਾਅਦ ਉਸੇ ਹੀ ਪਲੇਟਫਾਰਮ 'ਤੇ ਇੱਕ ਹੋਰ ਟ੍ਰੇਨ ਆ ਕੇ ਰੁਕ ਗਈ। ਟ੍ਰੇਨ ਨੇ ਜ਼ੋਰ ਦੇ ਹਾਰਨ ਮਾਰਿਆ। ਇੱਕਦਮ ਹੈਰੀ ਖਿਆਲਾਂ ਵਿੱਚੋਂ ਬਾਹਰ ਨਿਕਲਿਆ ਤੇ ਦੁਖੀ ਮਨ ਦੇ ਨਾਲ ਹੀ ਉੱਥੋਂ ਉੱਠ ਕੇ ਉਸ ਟ੍ਰੇਨ ਵੱਲ ਰਵਾਨਾ ਹੋ ਗਿਆ। ਥੋੜ੍ਹੀ ਦੂਰੀ 'ਤੇ ਹੀ ਜਨਰਲ ਡੱਬਾ ਸੀ। ਉਹ ਉਸ ਡੱਬੇ ਵਿੱਚ ਜਾ ਕੇ ਸੀਟ 'ਤੇ ਬੈਠ ਗਿਆ। ਹੁਣ ਟ੍ਰੇਨ ਕੁਛ ਹੀ ਮਿੰਟਾਂ ਵਿੱਚ ਰਵਾਨਾ ਹੋਣ ਵਾਲੀ ਸੀ, ਪਰ ਹੈਰੀ ਨੂੰ ਯਾਦ ਆਇਆ ਕਿ ਉਹ ਆਪਣਾ ਬੈਗ ਤੇ ਪਲੇਟਫਾਰਮ 'ਤੇ ਹੀ ਭੁੱਲ ਗਿਆ ਸੀ। ਉਹ ਜਲਦੀ ਨਾਲ ਟ੍ਰੇਨ ਤੋਂ ਨੀਚੇ ਉਤਰਿਆ ਤੇ ਭੱਜ ਕੇ ਗਿਆ। ਭੱਜਦੇ ਹੋਏ ਇੱਕ ਲੜਕੀ ਨਾਲ ਟਕਰਾ ਗਿਆ ਤੇ ਦੋਨੋਂ ਨੀਚੇ ਗਿਰ ਗਏ। ਜਦੋਂ ਹੈਰੀ ਜ਼ਮੀਨ ਤੋਂ ਉੱਠ ਕੇ ਖੜਾ ਹੋਇਆ ਤਾਂ ਉਸਨੇ ਦੇਖਿਆ ਉਸ ਦੇ ਸਾਹਮਣੇ ਜ਼ਮੀਨ 'ਤੇ ਡੋਲੀ ਡਿੱਗੀ ਹੋਈ ਸੀ। ਉਸਨੇ ਫਟਾਫਟ ਉਸ ਦਾ ਹੱਥ ਫੜਿਆ ਤੇ ਉਸ ਨੂੰ ਉਠਾਇਆ ਤੇ ਪੁੱਛਿਆ, ਤੈਨੂੰ ਸੱਟ ਤਾਂ ਨਹੀਂ ਲੱਗੀ? ਡੋਲੀ ਨੇ ਨਾਂ ਵਿੱਚ ਸਿਰ ਹਿਲਾਇਆ। ਹੈਰੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਡੋਲੀ ਉਸ ਨੂੰ ਦੇਖਦਿਆਂ ਕਹਿਣ ਲੱਗੀ, ਤੁਸੀਂ ਅਜੇ ਤੱਕ ਇੱਥੇ ਹੀ ਹੋ? ਮੈਂ ਸੋਚ ਰਹੀ ਸੀ ਕਿ ਤੁਸੀਂ ਚਲੇ ਗਏ ਹੋਵੋਗੇ। ਡੋਲੀ ਵੀ ਬਹੁਤ ਖੁਸ਼ ਸੀ, ਕਹਿਣ ਲੱਗੀ, ਮੰਮੀ ਹੁਣ ਬਿਲਕੁਲ ਠੀਕ ਨੇ। ਹੈਰੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਉਸ ਦਾ ਦਿਲ ਕਰ ਰਿਹਾ ਸੀ ਕਿ ਘੁੱਟ ਕੇ ਡੋਲੀ ਨੂੰ ਗਲ ਨਾਲ ਲਾ ਲਵਾਂ। ਬਸ ਕਿਸੇ ਤਰ੍ਹਾਂ ਉਸਨੇ ਆਪਣੇ ਆਪ ਨੂੰ ਕਾਬੂ ਵਿੱਚ ਕੀਤਾ। ਹੈਰੀ ਨੇ ਡੋਲੀ ਨੂੰ ਫਟਾਫਟ ਟ੍ਰੇਨ ਵਿੱਚ ਬੈਠਣ ਨੂੰ ਕਿਹਾ ਤੇ ਪਲੇਟਫਾਰਮ 'ਤੇ ਖੜੇ ਟੀਟੀ ਕੋਲੋਂ 2 ਟਿਕਟਾਂ ਲੈ ਲਈਆਂ। ਹੈਰੀ ਨੇ ਉਸ ਨੂੰ ਦੱਸਿਆ ਕਿ ਮੈਂ ਤੇਰੀ ਟਿਕਟ ਵੀ ਲੈ ਕੇ ਆਇਆ ਹਾਂ। ਹੁਣ 50 ਰੁਪਏ ਦੀ ਟਿਕਟ ਦੇ ਲਈ ਕੁਝ ਨਾ ਕਹੀਂ ਪਲੀਜ਼। ਡੋਲੀ ਹੱਸਦੇ ਹੋਏ ਕਹਿਣ ਲੱਗੀ, ਅਜੇ ਟ੍ਰੇਨ ਚੱਲਣ ਵਿੱਚ 2 ਮਿੰਟ ਬਾਕੀ ਨੇ। ਚੱਲ ਆਪਾਂ ਉਦੋਂ ਤੱਕ ਕੁਲਫੀ ਖਾਂਦੇ ਹਾਂ। ਪੈਸੇ ਮੈਂ ਦੇ ਦੇਵਾਂਗੀ ਤੇ ਆਪਣਾ ਹਿਸਾਬ ਬਰਾਬਰ ਹੋ ਜਾਵੇਗਾ। ਇੰਨਾ ਕਹਿ ਕੇ ਉਹ ਮੁਸਕਰਾ ਪਈ। ਉਹ ਜਦੋਂ ਵੀ ਮੁਸਕਰਾਉਂਦੀ ਸੀ ਤਾਂ ਹੈਰੀ ਦੀ ਨਜ਼ਰ
ਉਸ ਦੇ ਚਿਹਰੇ ਤੇ ਰੁਕ ਜਾਂਦੀ ਸੀ। ਫਿਰ ਦੋਨਾਂ ਨੇ ਕੁਲਫੀ ਖਾਧੀ। ਉਦੋਂ ਤੱਕ ਟ੍ਰੇਨ ਨੇ ਹਾਰਨ ਮਾਰ ਦਿੱਤਾ। ਫਿਰ ਤੋਂ ਇੱਕ ਨਵਾਂ ਸਫ਼ਰ ਸ਼ੁਰੂ ਹੋ ਗਿਆ ਸੀ। ਪਰ ਇਸ ਸਫ਼ਰ ਵਿੱਚ ਕੁਝ ਖਾਸ ਸੀ। ਹੈਰੀ ਕੁਝ ਕਹਿਣ ਦੇ ਲਈ ਤੜਫੜਾ ਰਿਹਾ ਸੀ, ਪਰ ਡਰ ਵੀ ਸੀ ਕਿ ਜੇਕਰ ਉਸਨੇ ਮਨਾ ਕਰ ਦਿੱਤਾ ਤਾਂ। ਹੈਰੀ ਮਹਿਸੂਸ ਕਰ ਰਿਹਾ ਸੀ ਕਿ ਡੌਲੀ ਵੱਡੇ ਭਰਾ ਦੇ ਘਰੋਂ ਇੱਕ ਨਵਾਂ ਸੂਟ ਪਾ ਕੇ ਆਈ ਸੀ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਖਿੜਕੀ ਵਿੱਚੋਂ ਆ ਰਹੀ ਠੰਡੀ ਹਵਾ ਦੇ ਬੁੱਲੇ ਨਾਲ ਡੌਲੀ ਦੇ ਵਾਲ ਹਲਕੇ ਹਲਕੇ ਉੱਡ ਰਹੇ ਸਨ। ਵਾਲਾਂ ਦੀ ਲੱਟ ਉਸ ਦੀਆਂ ਕੋਮਲ ਗੱਲਾਂ ਨੂੰ ਛੂੰਹਦੀ ਹੋਈ ਇੱਧਰ ਉੱਧਰ ਹਵਾ ਦੇ ਨਾਲ ਗੋਤੇ ਖਾ ਰਹੀ ਸੀ। ਉਸ ਨੂੰ ਇਸ ਤਰ੍ਹਾਂ ਦੇਖ ਕੇ ਹੈਰੀ ਦੇ ਦਿਲ ਵਿੱਚ ਇੱਕ ਅਹਿਸਾਸ ਉੱਠਦਾ ਹੈ ਕਿ ਉਹ ਔਰਤ ਕਦੇ ਉਸ ਦੀ ਜ਼ਿੰਦਗੀ ਵਿੱਚ ਸੀ, ਪਰ ਮੈਂ ਉਸ ਨੂੰ ਸੰਭਾਲ ਕੇ ਨਹੀਂ ਰੱਖ ਸਕਿਆ। ਹੈਰੀ ਦੇ ਮਨ ਦੀ ਸਥਿਤੀ ਤੋਂ ਅਣਜਾਣ ਡੌਲੀ ਕਹਿਣ ਲੱਗੀ, ਕੀ ਹੋਇਆ? ਤੁਸੀਂ ਗੁੰਮ ਜਿਹੇ ਕਿਉਂ ਹੋ? ਦੋਸਤ ਬਣ ਕੇ ਹੀ ਸਹੀ, ਕੁਝ ਗਲਤ ਤਾਂ ਕਰ ਲਓ। ਹੈਰੀ ਕਹਿੰਦਾ, ਮੈਨੂੰ ਦੋਸਤੀ ਨਹੀਂ ਚਾਹੀਦੀ। ਡੌਲੀ ਨੂੰ ਇੱਕ ਝਟਕਾ ਜਿਹਾ ਲੱਗਾ। ਫਿਰ ਉਸਨੇ ਪੁੱਛਿਆ, ਫਿਰ ਕਿਉਂ ਮੇਰੇ ਨਾਲ ਸਫ਼ਰ ਕਰਨ ਦੇ ਲਈ ਉਤਾਵਲੇ ਹੋ ਰਹੇ ਸੀ ਤੁਸੀਂ? ਹੈਰੀ ਨੇ ਫਟਾਫਟ ਉੱਤਰ ਦਿੱਤਾ, ਮੈਨੂੰ ਤੂੰ ਚਾਹੀਦੀ ਹੈ, ਹਮੇਸ਼ਾ ਦੇ ਲਈ, ਜਨਮਾਂ ਜਨਮਾਂ ਦੇ ਲਈ, ਮੇਰੇ ਨਾਲ ਹੱਸਣ ਦੇ ਲਈ, ਮੇਰੇ ਨਾਲ ਰੋਣ ਦੇ ਲਈ। ਉਹ ਇੰਨੀ ਜਲਦੀ ਇਹ ਸਾਰੀਆਂ ਗੱਲਾਂ ਕਹਿ ਗਿਆ ਕਿ ਡੌਲੀ ਬਸ ਉਸ ਦੇ ਮੂੰਹ ਵੱਲ ਤੱਕਦੇ ਹੀ ਰਹਿ ਗਈ। ਉਹ ਫਿਰ ਅੱਗੇ ਬੋਲਿਆ, ਮੈਂ ਗਲਤ ਸੀ, ਤੇਰੀ ਕਦਰ ਨਹੀਂ ਸੀ ਕਰ ਸਕਿਆ, ਪਰ ਤੇਰੇ ਜਾਣ ਤੋਂ ਬਾਅਦ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਹੈ। ਮੈਨੂੰ ਮਾਫ਼ ਕਰ ਦੇ। ਇਹਨਾਂ ਕਹਿੰਦਿਆਂ ਹੀ ਉਹ ਰੋਣ ਲੱਗਾ। ਡੌਲੀ ਚੁੱਪ ਹੋ ਗਈ, ਬਸ ਉਸਦੇ ਚਿਹਰੇ ਵੱਲ ਦੇਖੀ ਜਾ ਰਹੀ ਸੀ। ਹੈਰੀ ਉਸਦੇ ਦੋਨਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਂਦਿਆਂ ਕਹਿਣ ਲੱਗਾ, ਮੈਨੂੰ ਮਾਫ਼ ਕਰ ਦੇ ਯਾਰ। ਮੈਂ ਵਾਅਦਾ ਕਰਦਾ ਹਾਂ ਕਿ ਹੁਣ ਕਦੇ ਵੀ ਤੇਰੇ ਹੰਝੂਆਂ ਦਾ ਕਾਰਨ ਨਹੀਂ ਬਣੂੰਗਾ। ਤੂੰ ਜੋ ਕਹੇਂਗੀ ਮੈਂ ਉਹੀ ਕਰਾਂਗਾ। ਪਲੀਜ਼ ਵਾਪਸ ਆ ਜਾ, ਇੱਕ ਹੋਰ ਮੌਕਾ ਦੇ ਦੇ। ਡੌਲੀ ਨੇ ਆਪਣੇ ਮੱਥੇ ਤੋਂ ਥੋੜ੍ਹੀ ਜਿਹੀ ਚੁੰਨੀ ਪਿੱਛੇ ਸਰਕਾਈ ਤੇ ਕਹਿਣ ਲੱਗੀ, ਇੱਧਰ ਦੇਖੋ ਜਰਾ। ਹੈਰੀ ਨੇ ਦੇਖਿਆ ਕਿ ਡੌਲੀ ਦੇ ਮੱਥੇ 'ਤੇ ਸੰਦੂਰ ਸੀ। ਉਹ ਕਹਿਣ ਲੱਗੀ, ਮੈਂ ਜਾਣਦੀ ਸੀ ਤੁਸੀਂ ਇਹ ਸਭ ਕਹੋਗੇ। ਮੈਂ ਕੱਲ੍ਹ ਹੀ ਸੋਚ ਰਿਹਾ ਸੀ ਕਿ ਹੁਣ ਇਕੱਲੇ ਰਹਿਣ ਦੇ ਦਿਨ ਖਤਮ ਹੋ ਗਏ ਹਨ। ਮੇਰਾ ਹਮਸਫ਼ਰ ਵਾਪਸ ਆ ਗਿਆ ਹੈ। ਹੁਣ ਅਗਲਾ ਸਫ਼ਰ ਉਸ ਦੇ ਨਾਲ ਹੀ ਤੈਅ ਕਰਨਾ ਹੈ। ਥੱਕ ਗਈ ਹਾਂ ਮੈਂ ਇਕੱਲੇ ਚੱਲਦੇ ਕਹਿੰਦੇ ਹੋਏ ਉਹ ਅਜੀਬ ਜਿਹਾ ਮੁਸਕਰਾਉਣ ਲੱਗੀ। ਫਿਰ ਹੈਰੀ ਨੇ ਕਿਹਾ, ਮੈਂ ਜਾਣਦਾ ਹਾਂ ਜਦੋਂ ਤੇਰਾ ਦਿਲ ਰੋਣ ਨੂੰ ਕਰਦਾ ਹੈ ਤੂੰ ਉਦੋਂ ਵੀ ਇਸੇ ਤਰ੍ਹਾਂ ਹੀ ਮੁਸਕਰਾਉਣ ਲੱਗਦੀ ਹੈ। ਨਾ ਰੋਕ ਇਹਨਾਂ ਹੰਝੂਆਂ ਨੂੰ, ਇਹਨਾਂ ਨੂੰ ਵਹਿਣ ਦੇ, ਦਿਲ ਹਲਕਾ ਹੋ ਜਾਵੇਗਾ। ਇਹਨਾਂ ਸੁਣਦੇ ਹੀ ਡੌਲੀ ਦਾ ਸਬਰ ਜਵਾਬ ਦੇ ਗਿਆ। ਉਹ ਜ਼ੋਰ ਦੀ ਰੋਣ ਲੱਗੀ। ਪੂਰੇ ਡੱਬੇ ਦੇ ਯਾਤਰੀ ਉਹਨੂੰ ਦੇਖਣ ਲੱਗੇ, ਪਰ ਡੌਲੀ ਨੇ ਲੋਕਾਂ ਦੀ ਪਰਵਾਹ ਨਹੀਂ ਸੀ ਕੀਤੀ। ਉਹ ਹੈਰੀ ਦੇ ਮੋਢੇ 'ਤੇ ਸਿਰ ਰੱਖ ਕੇ ਰੋਂਦੀ ਰਹੀ। ਕੁਝ ਦੇਰ ਬਾਅਦ ਡੌਲੀ ਦਾ ਪਿੰਡ ਆ ਗਿਆ। ਗੱਡੀ ਕੁਝ ਪੱਲੀ ਰੁਕੀ ਤੇ ਫਿਰ ਚੱਲ ਪਈ, ਪਰ ਡੌਲੀ ਨੇ ਤਾਂ ਹੁਣ ਉੱਥੇ ਉਤਰਨਾ ਹੀ ਨਹੀਂ ਸੀ। ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਫਿਰ ਤੋਂ ਸ਼ੁਰੂ ਹੋ ਗਿਆ ਸੀ। ਹੁਣ ਉਸ ਦੀ ਮੰਜ਼ਿਲ ਉਸ ਦੇ ਹਮਸਫ਼ਰ ਦਾ ਘਰ ਸੀ, ਜੋ ਵਰ੍ਹਿਆਂ ਤੋਂ ਉਸ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਅਜੇ ਵੀ ਹੈਰੀ ਦੇ ਮੋਢੇ 'ਤੇ ਸਿਰ ਰੱਖੀ ਪਈ ਸੀ ਤੇ ਹੱਥਾਂ ਵਿੱਚ ਹੱਥ ਫੜ ਕੇ ਬੈਠੀ ਹੋਈ ਸੀ। ਅੱਖਾਂ ਬੰਦ ਕਰ ਮਿੱਠਾ ਮੁਸਕਰਾ ਰਹੀ ਸੀ, ਇੱਕ ਮਾਸੂਮ ਬੱਚੇ ਦੀ ਤਰ੍ਹਾਂ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਤੁਹਾਨੂੰ ਕਿਵੇਂ ਦੀ ਲੱਗੀ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਤਾਂ ਜੋ ਕਿ ਤੁਹਾਨੂੰ ਸਾਡੀ ਸਾਰੀ ਕਹਾਣੀਆਂ ਦੀ ਅਪਡੇਟ ਮਿਲਦੀ ਰਹੇ। ਮਿਲਦੇ ਹਾਂ ਫਿਰ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਧੰਨਵਾਦ।